ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਵੱਡੀ ਖਬਰ ਈਡੀ ਦੀ ਕਾਰਵਾਈ ਦੇ ਨਾਲ ਜੁੜੀ ਹੋਈ। ਹੁਣ ਤੱਕ ਈਡੀ 10 ਕਰੋੜ ਰੁਪਏ ਜ਼ਬਤ ਕਰ ਚੁੱਕੀ ਹੈ ਔਰ ਉਹਦੇ ਚੋਂ 8 ਕਰੋੜ ਦੀ ਜਿਹੜੀ ਰਕਮ ਹੈ ਉਹ ਭੁਪਿੰਦਰ ਸਿੰਘ ਹਨੀ ਤੋਂ ਬਰਾਮਦ ਹੋਈ ਹੈ। 8 ਕਰੋੜ ਦੀ ਨਗਦ ਰਾਸ਼ੀ ਭੁਪਿੰਦਰ ਸਿੰਘ ਹਨੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਨੇ, ਚਰਨਜੀਤ ਸਿੰਘ ਚੰਨੀ ਦੇ ਭਾਣਜੇ ਨੇ ਭੁਪਿੰਦਰ ਸਿੰਘ ਹਨੀ, ਉਹਨਾਂ ਤੋਂ 8 ਕਰੋੜ ਦੀ ਰਕਮ ਬਰਾਮਦ ਹੋਈ ਹੈ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਦੋ ਵਿਅਕਤੀ ਨੇ, ਇੱਕ ਭੁਪਿੰਦਰ ਦੇ ਸਾਥੀ ਨੇ, ਉਹਨਾਂ ਤੋਂ 2 ਕਰੋੜ ਰੁਪਏ ਬਰਾਮਦ ਹੋਏ ਨੇ। ਸੋ ਇਹ 2 ਕੰਪਨੀਆਂ ਸੀ ਔਰ ਪੈਸੇ ਦਾ ਲੈਣ ਦੇਣ ਇਹਨਾਂ ਦੇ ਵਿੱਚ ਹੀ ਜ਼ਿਆਦਾ ਸੀ। ਦੋਨਾਂ ਦੇ ਨਾਮ ਤੇ ਜਿਹੜੀਆਂ ਇਹ 2 ਕੰਪਨੀਆਂ ਸੀ। ਈਡੀ ਦੀ ਕਾਰਵਾਈ ਤੋਂ ਬਾਅਦ ਇਹ ਸਾਰੀ ਅਪਡੇਟ ਜਿਹੜੀ ਹੈ ਨਿਊਜ਼ 18 ਕੋਲ ਐਕਸਕਲੂਸਿਵ ਅਪਡੇਟ ਸਾਹਮਣੇ ਆਈ ਹੈ। ਸੀਐਮ ਦੇ ਰਿਸ਼ਤੇਦਾਰ ਔਰ ਉਹਨਾਂ ਦੇ ਸਾਥੀ ਤੋਂ 10 ਕਰੋੜ ਰੁਪਏ ਜਿਹੜੇ ਨੇ ਉਹ ਰਿਕਵਰ ਕੀਤੇ ਗਏ ਨੇ ਔਰ ਦੋਵੇਂ 2 ਕੰਪਨੀਆਂ ਦੇ ਡਾਇਰੈਕਟਰ ਸੀ ਜਿਨ੍ਹਾਂ ਕੋਲੋਂ ਇਹ ਪੈਸੇ ਰਿਕਵਰ ਹੋਏ ਨੇ। ਭੁਪਿੰਦਰ ਸਿੰਘ ਹਨੀ, ਜਿਸ ਦਾ ਲਗਾਤਾਰ ਕੱਲ ਤੋਂ ਜ਼ਿਕਰ ਹੋ ਰਿਹਾ ਹੈ, ਰੇਤ ਮਾਫੀਆ ਦੇ ਵਿੱਚ ਨਾਮ ਬੋਲਦਾ ਹੈ ਕੁਦਰਤਦੀਪ ਸਿੰਘ ਦਾ ਔਰ ਕੁਦਰਤਦੀਪ ਸਿੰਘ ਦੇ ਕੰਪਨੀਆਂ ਦੇ ਨਾਲ ਸਾਂਝੇ ਤੌਰ ਤੇ ਡਾਇਰੈਕਟਰ ਨੇ। ਸੋ ਉਸ ਕੰਪਨੀ ਵੱਲੋਂ ਜ਼ਿਆਦਾ ਕੰਮ ਵੀ ਨਹੀਂ ਹੁੰਦਾ ਸੀ ਪਰ ਪੈਸਿਆਂ ਦਾ ਲੈਣ ਦੇਣ ਉਸ ਕੰਪਨੀ ਦਾ ਜ਼ਿਆਦਾ ਹੈ, ਕੁਦਰਤਦੀਪ ਸਿੰਘ ਦਾ। ਸੋ 8 ਕਰੋੜ ਇੱਕ ਤੋਂ ਤੇ 2 ਕਰੋੜ ਇੱਕ ਤੋਂ 10 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਹੈ ਉਹ ਈਡੀ ਨੇ ਰਿਕਵਰ ਕੀਤੀ ਹੈ। ਉਸ ਦੀਆਂ ਤਸਵੀਰਾਂ ਵੀ ਅਸੀਂ ਨਿਊਜ਼ 18 ਤੇ ਲਗਾਤਾਰ ਦਿਖਾ ਰਹੇ ਹਾਂ। 10 ਕਰੋੜ ਰੁਪਇਆ ਜਿਹੜਾ ਹੈ ਉਹ ਨਗਦ ਬਰਾਮਦ ਹੋਇਆ ਹੈ ਈਡੀ ਦੀ ਰੇਡ ਦੇ ਵਿੱਚ ਔਰ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਸਿੱਧਾ ਨਿਸ਼ਾਨੇ ਤੇ ਆ ਗਏ ਨੇ ਵਿਰੋਧੀ ਪਾਰਟੀਆਂ ਦੇ। ਕੱਲ ਨਿਊਜ਼ 18 ਵੱਲੋਂ ਐਕਸਕਲੂਸਿਵ ਗੱਲਬਾਤ ਚਰਨਜੀਤ ਸਿੰਘ ਚੰਨੀ ਦੇ ਨਾਲ ਕੀਤੀ ਗਈ ਸੀ ਜਿਸ ਮੌਕੇ ਤੇ ਰੇਡ ਚੱਲ ਰਹੀ ਸੀ। ਤਾਂ ਉਸ ਮੌਕੇ ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਾਂ ਉਹ ਭੁਪਿੰਦਰ ਸਿੰਘ ਹਨੀ ਮੇਰਾ ਰਿਸ਼ਤੇਦਾਰ ਹੈ, ਮੇਰੀ ਸਾਲੀ ਦਾ ਬੇਟਾ ਹੈ, ਯਾਨੀ ਰਿਸ਼ਤੇ ਦੇ ਵਿੱਚ ਉਹ ਚਰਨਜੀਤ ਚੰਨੀ ਦਾ ਭਾਣਜਾ ਲੱਗਦਾ ਹੈ। ਉਸ ਵਿਅਕਤੀ ਕੋਲੋਂ 8 ਕਰੋੜ ਰੁਪਏ ਨਗਦ ਬਰਾਮਦ ਕੀਤੇ ਨੇ ਈਡੀ ਨੇ ਇਸ ਰੇਡ ਦੇ ਦੌਰਾਨ ਔਰ ਉਸਦੇ ਇੱਕ ਸਾਥੀ ਤੋਂ 2 ਕਰੋੜ ਰੁਪਏ ਬਰਾਮਦ ਕੀਤੇ ਗਏ ਨੇ। ਸੋ ਕੁੱਲ 10 ਕਰੋੜ ਰੁਪਇਆ ਈਡੀ ਵੱਲੋਂ ਇਸ ਰੇਡ ਦੇ ਦੌਰਾਨ ਰਿਕਵਰ ਕੀਤਾ ਗਿਆ ਹੈ ਔਰ ਨਜਾਇਜ਼ ਮਾਈਨਿੰਗ ਨਾਲ ਜੋੜਦੇ ਹੋਏ ਸਿੱਧੀ ਇਹ ਕਾਰਵਾਈ एनफोर्समेंट डायरेक्टरेट वालों की गई है। एजेंसी ईडी के द्वारा रेत माफियाओं के खिलाफ पंजाब में जिस तरह से कल बुधवार को एक बड़ी कार्रवाई को अंजाम देते हुए कई लोकेशन पर छापेमारी की गई, उस छापेमारी के दौरान कई महत्वपूर्ण दस्तावेज, कई संदिग्ध तौर पर बैंकिंग ट्रांजैक्शन की जानकारी और कई प्रॉपर्टी दस्तावेज मिले। और इस मामले में जब विस्तार से खंगाला गया तो पता चला कई ऐसे संदिग्ध ट्रांजैक्शंस भी मिले हैं जिसमें कि कुछ राजनेताओं का भी नाम सामने आ रहा है। हालांकि वो राजनेता कौन है उस मामले में कोई औपचारिक तौर पर जानकारी नहीं दी जा रही है। हालांकि और इसके साथ साथ ये भी जानकारी मिली है कई ऐसे लोगों के साथ भी ट्रांजैक्शंस की जानकारी मिली है जो एक बड़े कारोबारी हैं, लेकिन किस तरह से वो ट्रांजैक्शंस किए गए, किस तरह से उस पैसे का लेन देन किया गया, इस मामले में विस्तार से खंगाला जाएगा। उसके बाद ही इस मामले में औपचारिक तौर पर कुछ कहा जा सकता है। इस मामले में एक और महत्वपूर्ण जानकारी मिली है कि जिस तरह से इस मामले में एक प्रमुख आरोपी कुदरतदीप और भूपेंद्र के बारे में ये जानकारी मिली है कि एक कुछ कंपनी भी ऐसी बनाई गई थी जिसमें ये दोनों संयुक्त तौर पर डायरेक्टर के पद पे थे, लेकिन उस कंपनी से बहुत ज़्यादा कारोबार नहीं होता था, बहुत ज़्यादा लेकिन पैसे का ट्रांजैक्शन जरूर होता था। तो किस तरह से कारोबार करते थे, किस तरह से कंपनी में इन दोनों की भूमिका रही है, ये भी खंगाला जा रहा है। भूपेंद्र का जो 2 आवास है, उन दोनों आवास पे जो छापेमारी की गई थी वहीं से 8 करोड़ रुपए की रकम बरामद किया गया है। निश्चित तौर पर जांच एजेंसी इस मामले में तफ्तीश करेगी किस तरह से मनी लॉन्ड्रिंग का मामला यहां बन रहा था, किस तरह से मनी लॉन्ड्रिंग की जा रही थी और जिस तरह से यहां पर करोड़ रुपए के लेन देन का आरोप लगा है। इस मामले में जब विस्तार से पूछताछ की जाएगी तो निश्चित तौर पे इस मामले पे कई बड़े खुलासे आने वाले वक्त में हो सकते हैं। वीडियो जर्नलिस्ट कार्तिक के साथ शंकर आनंद, न्यूज 18 दिल्ली। ਤਾਂ ਸੀਐਮ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੇ ਪਾਸੋਂ ਇਹ ਬਰਾਮਦਗੀ ਹੋਈ ਹੈ ਜਿੱਥੇ ਭੁਪਿੰਦਰ ਸਿੰਘ ਹਨੀ ਰਹਿੰਦੇ ਸੀ। ਜਿਹੜਾ ਭੁਪਿੰਦਰ ਸਿੰਘ ਹਨੀ ਦਾ ਘਰ ਹੈ ਉਹ ਮੋਹਾਲੀ ਦੀ ਇੱਕ ਬੇਹੱਦ ਪੌਸ਼ ਸੁਸਾਇਟੀ ਹੈ ਜਿੱਥੇ ਕਰੋੜਾਂ ਰੁਪਿਆਂ ਦੇ ਫਲੈਟ ਨੇ। ਇੱਕ ਪੌਸ਼ ਸੁਸਾਇਟੀ ਦੇ ਵਿੱਚ ਈਡੀ ਨੇ ਰੇਡ ਕੀਤੀ ਸੀ ਔਰ ਉਸ ਜਗ੍ਹਾ ਦਾ ਜਾਇਜ਼ਾ ਲਿਆ ਹੈ ਸਾਡੇ ਸਹਿਯੋਗੀ मनोज कुमार ने। वो रिपोर्ट ਤੁਹਾਨੂੰ ਦਿਖਾਉਂਦੇ ਹਾਂ। को लेकर ईडी ने एक बड़ी कार्रवाई करते हुए 12 ठिकानों पर रेड की थी और ये ठिकाने थे भूपेंद्र सिंह हनी के। और भूपेंद्र सिंह हनी का जो मोहाली का फ्लैट है वहां तक हम पहुंचे हैं। ये फ्लैट नंबर 53 है, होमलैंड सोसाइटी मोहाली का, जिसमें कल ईडी की जो कार्रवाई है वो देर रात तक जारी रही और बताया जा रहा है कि सुबह 6:30 बजे तक यहाँ पर ईडी की टीम ने कई दस्तावेजों को खंगाला है। बहुत सारी जो डॉक्यूमेंट्स हैं, पेपर्स हैं,
उनको कई बैग्स में भरकर ईडी की टीम जो है यहाँ से लेकर निकली है। तो न्यूज़ 18 आपको दिखा रहा है कि कौन से फ्लैट में किस तरीके से ईडी की कार्रवाई कल सुबह शुरू हुई थी और जो करीब 23 घंटे तक लगातार जारी रही है। तो ईडी ने इसी फ्लैट में जो हम आपको दिखा रहे हैं होमलेस सोसाइटी का 5th फ्लोर पर टावर नंबर 5 में जो 53 नंबर फ्लैट है वहां पर ये कार्रवाई की है। बड़ी संख्या में दस्तावेज ईडी ने जब्त किए हैं और बताया जा रहा है 6 करोड़ रुपए अलग अलग ठिकानों से बरामद हुए। हालांकि यहां से कितना पैसा मिला है ये अभी नहीं बताया गया है, लेकिन ईडी की कार्रवाई 23 घंटे तक जारी रही और यहां से वो डॉक्यूमेंट्स लेकर गए हैं। एक व्यक्ति को भी कल वो लेकर गए थे, लेकिन ईडी ने अभी साफ नहीं किया है कि वो किसे लेकर वहां यहां से गए थे। तो देखना होगा कि किस तरीके से क्या निष्कर्ष निकलता है और भूपेंद्र सिंह हनी की क्या इन्वॉल्वमेंट इस पूरे मसले पर पाई जाती है। 2018 में ये मार्च में एक एफआईआर दर्ज की गई थी मोहाली में ही, उसके आधार पर ईडी ने ये बड़ी कार्रवाई की है। तो न्यूज़ 18 आपको दिखा रहा है वो फ्लैट जहां ये कार्रवाई हुई है। मोहाली से कैमरामैन संदीप के साथ मनोज कुमार, न्यूज़ 18। ਤਾਂ ਕਿਉਂਕਿ ਮਾਮਲਾ ਨਜਾਇਜ਼ ਮਾਈਨਿੰਗ ਦੇ ਨਾਲ ਜੁੜਿਆ ਹੋਇਆ ਹੈ ਔਰ ਮੁੱਖ ਮੰਤਰੀ ਦੇ ਰਿਸ਼ਤੇਦਾਰ ਦਾ ਨਾਮ ਆਇਆ ਹੈ, ਉਸ ਤੋਂ ਬਾਅਦ ਵੱਡੀ ਰਿਕਵਰੀ ਹੋਈ ਹੈ, ਜਿਸ ਤੋਂ ਬਾਅਦ ਵਿਰੋਧੀ ਧਿਰਾਂ ਲਗਾਤਾਰ ਸੀਐਮ ਚੰਨੀ ਤੇ ਨਿਸ਼ਾਨੇ ਸਾਧ ਰਹੀਆਂ ਨੇ। ਈਡੀ ਦੀ ਰੇਡ ਤੋਂ ਬਾਅਦ ਸੀਐਮ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਨੇ, ਪਰ ਕਾਂਗਰਸ ਸੀਐਮ ਦਾ ਬਚਾਅ ਕਰ ਰਹੀ ਹੈ ਤੇ ਇਸ ਨੂੰ ਕੇਂਦਰ ਦੀ ਬਦਲਾਖੋਰੀ ਦੀ ਸਿਆਸਤ ਕਰਾਰ ਦੇ ਰਹੀ ਹੈ। ਕੀ ਕਹਿ ਰਹੇ ਨੇ ਕਾਂਗਰਸ ਦੇ ਆਗੂ, ਤੁਹਾਨੂੰ ਸੁਣਾਉਂਦੇ ਹਾਂ। 4 ਸਾਲ ਕੈਪਟਨ ਅਮਰਿੰਦਰ ਸਿੰਘ मुख्य मंत्री रहा, 4.5 साल बर्बाद करते, फिर 3 महीने वास्ते उन्होंने एक गरीब नूं मुख्य मंत्री बनाया जिहदे घरों कल 6 करोड़ रुपया मिला, हुण 10 हो गया। हले तां पंजाब दी इंटैलीजेंस ने दसता सी इन्हां ने पैसे कढ़ा के सारे मुख मंत्री ने अपने मरिंडे घरे रख ले ते दूजे जगह ते भेज दिते। मैं शुरू तो कह रहा सी कि सब तो वड्डा माइनिंग माफिया पंजाब दा चन्नी है। तुसी देखिया होना है कि जो आनंदपुर साहब दे हल्के जो माइनिंग दी रेड पई पार्टियां ने की ते चन्नी मुख मंत्री गया कहने वास्ते कि सारा जायज है। पहली गल जो रेड पई है ते चन्नी मुख्यमंत्री माइनिंग ते उत्थे जाके कहे कि जायज है, मतलब की सी ਉਹ ਜਿਹੜੇ ਇਲੀਗਲ ਇਹਦੇ ਬੰਦੇ ਕਰ ਰਹੇ ਸੀ ਉਹਨੂੰ ਹੌਸਲਾ ਦੇਣ ਵਾਸਤੇ ਗਿਆ ਸੀ ਕਿ ਮੈਂ ਮੁੱਖ ਮੰਤਰੀ ਆ, ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਕਰੋੜਾਂ ਰੁਪਏ ਮੈਨੂੰ ਲੱਗਦਾ ਚੰਨੀ ਨੇ ਘੱਟ ਤੋਂ ਘੱਟ 200-300 ਕਰੋੜ ਰੁਪਇਆ ਇੰਨਾ 2-3 ਮਹੀਨਿਆਂ 'ਚ ਇਕੱਠਾ ਕੀਤਾ ਹੈ। ਮੈਂ ਸਮਝਦਾ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਸਿੱਧੂ ਨੂੰ ਆਮਣੇ ਸਾਹਮਣੇ ਲੜਨਾ ਚਾਹੀਦਾ ਤਾਂ ਕਿ ਤੈਅ ਹੋ ਜੇ ਕਿ ਕੀ ਹੋ ਰਿਹਾ ਤੇ ਦੋਨਾਂ ਚੋਂ ਕੌਣ ਠੀਕ ਆ, ਕਿਹਨੂੰ ਪੰਜਾਬ ਦੇ ਲੋਕ ਮੰਨਦੇ ਆ। ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਇੱਕ ਕੱਦ ਆ, ਐਸੀ ਗੱਲ ਨਹੀਂ ਹੈ। ਤੁਸੀਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਆਮੋ ਸਾਹਮਣੇ ਹੋ ਜਾਣ। ਸਿੱਧੂ ਤਾਂ ਕਹਿ ਰਹੇ ਮੈਂ ਅੰਮ੍ਰਿਤਸਰ ਹੀ ਰਹੂੰਗਾ, ਮੈਂ ਕਿਸੇ ਹੋਰ ਥਾਂ ਤੇ ਨਹੀਂ ਜਾ ਰਿਹਾ, ਉਹਨਾਂ ਦੀ ਸੀਟ ਵੀ ਅੰਮ੍ਰਿਤਸਰ ਈਸਟ ਤੋਂ ਐਲਾਨ ਹੋਗੀ। ਤਾਂ ਤੁਸੀਂ ਚਾਹੁੰਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਵੀ ਅੰਮ੍ਰਿਤਸਰ ਈਸਟ ਤੋਂ ਲੜਨ, ਕਿਉਂਕਿ ਲੋਕ ਸਭਾ ਦੀ ਇੱਕ ਚੋਣ ਲੜ ਚੁੱਕੇ ਅਰੁਣ ਜੇਟਲੀ ਨੂੰ ਉਦੋਂ ਹਰਾਇਆ ਸੀ। ਤੁਹਾਨੂੰ ਲੱਗਦਾ ਹੈ ਕਿ ਅੰਮ੍ਰਿਤਸਰ ਈਸਟ ਵਿੱਚ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਟੱਕਰ ਦੇ ਸਕਦੇ ਨੇ? ਕੈਪਟਨ ਅਮਰਿੰਦਰ ਸਿੰਘ ਟੱਕਰ ਨਹੀਂ ਦੇ ਸਕਦੇ, ਉਹ ਤਾਂ ਭਾਰੀ ਨੇ, ਉਹਨਾਂ ਨੂੰ ਲੋਕ ਜ਼ਰੂਰ ਜਿਤਾਉਣਗੇ ਜਿੱਥੋਂ ਵੀ ਉਹ ਲੜਨਗੇ। ਮੇਰੀ ਤਾਂ ਇਹੀ ਕਾਮਨਾ ਉਹਨਾਂ ਦੇ ਲਈ, ਕਿਉਂਕਿ ਅੱਛੇ ਐਡਮਿਨਿਸਟ੍ਰੇਟਰ, ਅੱਛੇ ਵਿਅਕਤੀ ਨੇ ਉਹ ਤੇ ਰਾਜਨੀਤੀ ਨੂੰ ਖੂਬ ਬਾਰੀਕੀ ਨਾਲ ਜਾਣਦੇ ਆ, ਮੇਰੇ ਤੋਂ ਜ਼ਿਆਦਾ ਜਾਣਦੇ ਆ। ਇਸ ਕਰਕੇ ਮੈਂ ਸਮਝਦਾ ਕਿ ਉਹਨਾਂ ਨੂੰ ਜ਼ਰੂਰ ਸਿੱਧੂ ਦੇ ਖਿਲਾਫ ਕੋਈ ਮਜ਼ਬੂਤ ਉਮੀਦਵਾਰ ਦੇਣਾ ਚਾਹੀਦਾ ਕਿਸੇ ਵੀ ਹਾਲਤ 'ਚ। ਮੁਕਾਬਲਾ ਕਾਫੀ ਦਿਲਚਸਪ ਹੋਏਗਾ ਕੈਪਟਨ ਤੇ ਸਿੱਧੂ। ਨਹੀਂ, ਕੈਪਟਨ ਸਾਹਿਬ ਜਿੱਤਣਗੇ, ਮੁਕਾਬਲਾ ਦਿਲਚਸਪ ਕੀ ਹੋਣਾ, ਜਿੱਥੋਂ ਵੀ ਲੜਨਗੇ ਉਹਨਾਂ ਨੇ ਜਿੱਤਣਾ, ਐਸੀ ਗੱਲ नहीं है। साढ़े गठबंधन च ने हो, उत्थे बीजेपी का बहुत बड़ा आधार है। ये एक नफरत की राजनीति बीजेपी कर रही है। अभी किसानों ने रैली नहीं होने दी, रैली इनकी फ्लॉप होगी और ये एक तो गुस्सा सरकार के ऊपर निकाल रहे हैं। ठीक है, आपको कुछ गलती हुई है तो उसका कानूनी प्रक्रिया आप अडॉप्ट कीजिए। ईडी का कोई नोटिस देना तो उनको बुला लीजिए, कोई आपके कुछ लगता है। दूसरी बात, ये भूल रहे हैं ये असम नहीं है, ये बंगाल नहीं है कि यहाँ आप ईडी से किसी को डराओगे। डरे तो बंगाली भी नहीं है, उन्होंने भी शेर की तरह मुकाबला किया है। तो पंजाब भी शेर की तरह मुकाबला करेगा, चाहे 117 के 117 कैंडिडेट के ऊपर कंटिन्यू वोटिंग के दिन तक आप ईडी बिठा रखो। डरने वाले नहीं है हम किसी बात से, ये आपको समझ चाहिए। आपने किसानी संघर्ष देखा ना, उसी धरती से हैं, उसी धरती में आगे पुत्र हैं हम लोग। ये ईडी वीडी वाला काम है ना, ये बंद करो। और ये ना तो मुख्यमंत्री डरेगा ना हम लोग डरने वाले हैं। हिम्मत है तो 117 के ऊपर ईडी करो।
ਤਾਂ ਵੱਖ-ਵੱਖ ਪ੍ਰਤੀਕਰਮ ਆ ਰਹੇ ਨੇ ਇਸ ਮਾਮਲੇ ਦੇ ਵਿੱਚ। ਦਰਅਸਲ ਮਾਈਨਿੰਗ ਕੇਸ ਦੇ ਵਿੱਚ ਈਡੀ ਨੇ ਜੋ ਐਕਸ਼ਨ ਕੀਤਾ ਹੈ, ਇਸ ਕੇਸ ਦੇ ਵਿੱਚ ਹੁਣ ਤੱਕ ਹੋਇਆ ਕੀ ਹੈ, ਉਹ ਅਸੀਂ ਤੁਹਾਨੂੰ ਇੱਕ-ਇੱਕ ਕਰਕੇ ਦਿਖਾਉਂਦੇ ਹਾਂ। ਸੀਐਮ ਚੰਨੀ ਦੇ ਰਿਸ਼ਤੇਦਾਰ ਤੇ ਐਕਸ਼ਨ ਹੋਇਆ। ਭੁਪਿੰਦਰ ਸਿੰਘ ਹਨੀ ਦੇ ਫਲੈਟ ਤੇ ਛਾਪੇਮਾਰੀ ਹੋਈ। ਸੈਕਟਰ 76 ਮੋਹਾਲੀ ਦੇ ਵਿੱਚ ਘਰ ਤੇ ਰੇਡ ਹੋਈ। ਕਰੀਬ 15 ਅਧਿਕਾਰੀ ਜਿਹੜੇ ਸੀ ਉਹ ਉਸ ਫਲੈਟ ਦੇ ਵਿੱਚ ਪਹੁੰਚੇ। ਦੇਰ ਰਾਤ ਤੱਕ ਭੁਪਿੰਦਰ ਸਿੰਘ ਹਨੀ ਤੋਂ ਪੁੱਛਗਿੱਛ ਹੁੰਦੀ ਜਾਂਦੀ ਰਹੀ ਔਰ ਭੁਪਿੰਦਰ ਸਿੰਘ ਦੇ ਸਾਥੀ ਨੂੰ ਹਿਰਾਸਤ 'ਚ ਲੈ ਲਿਆ ਗਿਆ। ਸੀਐਮ ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਪਹਿਲਾਂ 4 ਕਰੋੜ ਰੁਪਏ ਮਿਲੇ, ਫਿਰ ਭੁਪਿੰਦਰ ਸਿੰਘ ਦੇ ਸਾਥੀ ਦੇ ਘਰੋਂ 2 ਕਰੋੜ ਰੁਪਏ ਮਿਲੇ। ਲੁਧਿਆਣਾ 'ਚ 2 ਜਗ੍ਹਾ ਤੇ ਫਿਰ ਇਸ ਨਿਸ਼ਾਨਦੇਹੀ ਤੋਂ ਬਾਅਦ ਛਾਪੇਮਾਰੀ ਹੋਈ ਔਰ ਫਤਿਹਗੜ੍ਹ ਸਾਹਿਬ ਤੇ ਨਵਾਂ ਸ਼ਹਿਰ ਇੱਥੇ ਵੀ 12 ਜਗ੍ਹਾ ਤੇ ਰੇਡ ਹੋਈ। 13 ਪ੍ਰਾਪਰਟੀਆਂ ਦੇ ਰਿਕਾਰਡ ਜਿਹੜੇ ਸੀ ਉਹ ਵੀ ਕਬਜ਼ੇ ਦੇ ਵਿੱਚ ਲਏ ਗਏ ਔਰ ਹੁਣ ਤੱਕ ਜਿਹੜੀ ਕੁੱਲ ਰਾਸ਼ੀ ਰਿਕਵਰ ਹੋਈ ਹੈ ਉਹ 10 ਕਰੋੜ ਰੁਪਇਆ ਬਣਦੀ ਹੈ। ਦਰਅਸਲ ਅਸੀਂ ਇਹ ਪੂਰਾ ਮਾਮਲਾ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਮਾਮਲਾ ਕੀ ਸੀ। ਇਹ ਮਾਮਲਾ 3 ਸਾਲ ਪੁਰਾਣਾ ਦੱਸਿਆ ਜਾ ਰਿਹਾ। 3 ਸਾਲ ਪੁਰਾਣਾ ਮਾਮਲਾ ਹੈ। ਨਜਾਇਜ਼ ਮਾਈਨਿੰਗ ਦੇ ਨਾਲ ਜੁੜਿਆ ਕੇਸ ਹੈ। ਪੁਲਿਸ ਨੇ 7 ਮਾਰਚ 2018 ਨੂੰ ਇੱਕ ਕੇਸ ਦਰਜ ਕੀਤਾ ਸੀ ਔਰ 26 ਲੋਕਾਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਸੀ। ਉਹ FIR ਹੋਈ ਸੀ ਕੈਪਟਨ ਅਮਰਿੰਦਰ ਸਿੰਘ ਦੇ ਦਖਲ ਤੋਂ ਬਾਅਦ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਏਰੀਅਲ ਸਰਵੇ ਕੀਤਾ ਸੀ, ਹਵਾਈ ਸਰਵੇ ਕੀਤਾ ਸੀ। ਉਸ ਤੋਂ ਬਾਅਦ ਉਸ ਦੇ ਵਿੱਚ ਨਜਾਇਜ਼ ਮਾਈਨਿੰਗ ਪਾਈ ਗਈ ਸੀ ਔਰ ਉਸ ਤੋਂ ਬਾਅਦ ਤੁਰੰਤ ਉਹਨਾਂ ਨੇ ਹੁਕਮ ਦਿੱਤੇ। 26 ਲੋਕਾਂ ਦੇ ਖਿਲਾਫ ਮਾਮਲਾ ਦਰਜ ਹੋਇਆ। FIR ਦੇ ਵਿੱਚ ਚੰਨੀ ਦੇ ਰਿਸ਼ਤੇਦਾਰ ਦਾ ਨਾਮ ਉਸ ਵੇਲੇ ਨਹੀਂ ਸੀ। ਇਹ ਗੱਲ ਸੀਐਮ ਨੇ ਖੁਦ ਵੀ ਸਾਫ਼ ਕੀਤੀ ਹੈ ਔਰ ਜਾਂਚ ਤੋਂ ਬਾਅਦ ਇਸ ਦੇ ਵਿੱਚ ਨਾਮ ਨੂੰ ਸ਼ਾਮਿਲ ਕਰ ਲਿਆ ਗਿਆ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਜਲਦ ਵਾਪਸ ਆਉਣੇ।